So today's topic is instruction format. CPU ਦੇ ਅੰਦਰ ਕੀ ਹੈ? CPU ਤੁਹਾਨੂੰ ਆਲਰੇਡੀ ਆਪਾਂ ਜਿਹੜਾ ਚੈਪਟਰ ਚੱਲ ਰਿਹਾ ਆਪਣਾ CPU ਆਰਗੇਨਾਈਜੇਸ਼ਨ ਹੈ, ਤਾਂ CPU ਕਿਸ ਤਰ੍ਹਾਂ ਪਰਫਾਰਮ ਕਰਦਾ ਹੈਗਾ, CPU ਨੂੰ ਕਿਸ ਤਰ੍ਹਾਂ ਇੰਸਟਰਕਸ਼ਨ ਦਿੱਤੀ ਜਾਂਦੀ ਹੈਗੀ ਆ ਤਾਂ ਕਿ ਕਿਹੜਾ ਟਾਸਕ ਕਰਨਾ ਹੈ ਉਹਨੇ। ਸੋ ਉਹਦੇ ਲਈ ਇਦਾਂ ਨਹੀਂ ਹੈ ਵੀ ਇੰਸਟਰਕਸ਼ਨ ਡਾਇਰੈਕਟ ਜਿਸ ਤਰ੍ਹਾਂ ਆਪਾਂ ਕਿਸੇ ਨੂੰ ਨਾਰਮਲੀ ਇੰਸਟਰਕਸ਼ਨ ਦਿੰਦੇ ਆ, ਸਿਮਿਲਰਲੀ ਕੰਪਿਊਟਰਸ ਦੇ ਅੰਦਰ ਵੀ ਕੀ ਹੈ, CPU ਨੂੰ ਇੰਸਟਰਕਸ਼ਨ ਦੇਣ ਲਈ ਇੱਕ ਫਾਰਮੈਟ ਹੁੰਦਾ ਹੈਗਾ, ਦੈਟ ਇਜ਼ ਨੋਨ ਐਜ਼ ਫਾਰਮੈਟ। ਫਾਰਮੈਟ ਦਾ ਮਤਲਬ ਕੀ ਹੈ? ਉਹ ਕਿਸ ਵੇ ਨਾਲ ਉਹਨੂੰ ਪਤਾ ਲੱਗੇਗਾ ਵੀ ਕਿਹੜੀ ਇੰਸਟਰਕਸ਼ਨ ਦਿੱਤੀ ਜਾ ਰਹੀ ਹੈਗੀ ਆ। ਫਾਰ ਐਗਜ਼ਾਮਪਲ ਤੁਸੀਂ ਐਡ ਕਰਨਾ ਹੈਗਾ, ਕੋਈ ਡਿਲੀਟ ਕਰਨਾ ਹੈਗਾ, ਕੁਝ ਸਬਟਰੈਕਟ ਕਰਨਾ ਹੈਗਾ, ਮਤਲਬ ਕੁਝ ਵੀ ਜਿਹੜਾ ਵੀ ਤੁਸੀਂ ਉਸ ਤੋਂ ਕੰਮ ਕਰਵਾਉਣਾ ਹੈਗਾ CPU ਤੋਂ, ਸੋ ਉਹ ਇੱਕ ਇੰਸਟਰਕਸ਼ਨ ਦੇ ਅਕੋਰਡਿੰਗਲੀ ਕਰਦਾ ਹੈਗਾ। ਸੋ ਨਾਰਮਲੀ ਕੀ ਹੈ, ਦ ਕੰਪਿਊਟਰ ਪਰਫਾਰਮ ਟਾਸਕ ਔਨ ਦਾ ਬੇਸਿਸ ਆਫ ਦਾ ਇੰਸਟਰਕਸ਼ਨ ਪ੍ਰੋਵਾਈਡਡ। ਜਿਹੜੀ ਆਪਾਂ ਕੰਪਿਊਟਰ ਨੂੰ ਇੰਸਟਰਕਸ਼ਨ ਦਿੰਦੇ ਆ ਉਹਦੇ ਅਕੋਰਡਿੰਗਲੀ ਹੀ ਕੀ ਉਹ ਕੋਈ ਟਾਸਕ ਪਰਫਾਰਮ ਕਰਦਾ ਹੈਗਾ। ਤਾਂ ਬੇਸਿਕਲੀ ਕੀ ਹੈ, ਇੰਸਟਰਕਸ਼ਨ ਕੰਪਰਾਈਜ਼ਸ ਆਫ ਗਰੁੱਪਸ ਕਾਲਡ ਫੀਲਡਸ। ਜਿਹੜਾ ਇੰਸਟਰਕਸ਼ਨ ਹੈਗੀ ਆ ਉਹਦੇ 'ਚ ਕੁਝ ਗਰੁੱਪਸ ਹੁੰਦੇ ਹੈਗੇ ਆ, ਉਹਨਾਂ ਨੂੰ ਆਪਾਂ ਫੀਲਡਸ ਕਹਿ ਦਿੰਦੇ ਹੈਗੇ ਆ। ਦੈਨ ਈਚ ਫੀਲਡ ਹੈਜ਼ ਡਿਫਰੈਂਟ ਸਿਗਨੀਫੀਕੈਂਸ। ਹਰੇਕ ਜਿਹੜਾ ਫੀਲਡ ਹੈਗਾ ਉਹਦੀ ਇੱਕ ਡਿਫਰੈਂਟ ਇੰਪੋਰਟੈਂਸ ਹੁੰਦੀ ਹੈਗੀ ਆ, ਸਿਗਨੀਫੀਕੈਂਸ ਹੁੰਦਾ ਹੈਗਾ। ਔਨ ਦਾ ਬੇਸਿਸ ਆਫ ਵਿਚ CPU ਡਿਸਾਈਡ ਵਾਟ ਟੂ ਪਰਫਾਰਮ। ਸੋ ਉਹ ਜਿਹੜਾ ਡਿਫਰੈਂਟ ਫੀਲਡ ਆ ਮੀਨਸ ਕੀ ਹੈ, ਇੱਕ ਇੰਸਟਰਕਸ਼ਨ ਹੈਗੀ ਆ, ਇੰਸਟਰਕਸ਼ਨ ਦਾ ਫਾਰਮੈਟ ਆ, ਫਾਰਮੈਟ ਦੇ ਵਿੱਚ ਫੀਲਡ ਹੈਗੇ, ਡਿਫਰੈਂਟ ਫੀਲਡ ਹੈਗੇ ਆ, ਤੇ ਹਰੇਕ ਫੀਲਡ ਦੀ ਇੱਕ ਅਲੱਗ ਇੰਪੋਰਟੈਂਸ ਹੈਗੀ ਆ, ਤੇ ਉਹ ਫੀਲਡ ਨੂੰ ਦੇਖ ਕੇ ਹੀ CPU ਡਿਸਾਈਡ ਕਰਦਾ ਹੈ ਵਾਟ ਟੂ ਪਰਫਾਰਮ। ਮੀਨਸ ਕੀ ਆ, ਆਪਣਾ ਟਾਸਕ ਕੀ ਕਰਵਾਉਣਾ ਹੈਗਾ। ਜਿਹੜੇ ਮੋਸਟ ਕਾਮਨ ਜਿਹੜੇ ਫੀਲਡ ਹੈਗੇ ਆ ਇੰਸਟਰਕਸ਼ਨ ਫਾਰਮੈਟ ਦੇ ਵਿੱਚ, ਥੀਸ ਆਰ ਆਪਰੇਸ਼ਨ ਫੀਲਡ। ਆਪਰੇਸ਼ਨ ਫੀਲਡ ਕੀ ਹੈ, ਸਿਰਫ ਇਹ ਸਪੈਸੀਫਾਈ ਕਰਦਾ ਹੈਗਾ ਵਾਟ ਟੂ ਪਰਫਾਰਮ, ਮੀਨਸ ਕੀ ਕਰਨਾ ਹੈਗਾ। ਫਾਰ ਐਗਜ਼ਾਮਪਲ ਕਿਸੇ ਐਡੀਸ਼ਨ ਕਰਨੀ ਹੈਗੀ ਆ ਤਾਂ ਦੈਨ ਕੀ ਐਗਜ਼ਾਮਪਲ ਹੈਗੀ ਹੈ, ਇਟ ਇਜ਼ ਰਿਲੇਟਡ ਟੂ ਦਾ ਆਪਰੇਸ਼ਨ। ਕਿਸ ਤਰ੍ਹਾਂ ਦਾ ਆਪਰੇਸ਼ਨ ਕਰਨਾ, ਇਹਨੂੰ op ਕੋਡ ਵੀ ਕਹਿੰਦੇ ਆ, ਆਪਰੇਸ਼ਨ ਕੋਡ ਹੁੰਦਾ ਹੈਗਾ। ਦੈਨ ਐਡਰੈਸ ਫੀਲਡ, ਸੈਕੰਡ ਇਜ਼ ਐਡਰੈਸ ਫੀਲਡ। ਇਹ ਦੱਸਦਾ ਹੈਗਾ ਲੋਕੇਸ਼ਨ ਆਫ ਦਾ ਆਪਰੈਂਟ। ਮੀਨਸ ਕੀ ਹੈ, ਫਾਰ ਐਗਜ਼ਾਮਪਲ A+B ਕਰਨਾ ਹੈਗਾ, A+B। ਪਲੱਸ ਦਾ ਮਤਲਬ ਕੀ ਹੈ, ਤੁਹਾਡਾ ਐਡੀਸ਼ਨ ਆਪਰੇਸ਼ਨ ਹੈਗਾ, ਤੇ A ਤੇ B ਕੀ ਤੁਹਾਡੇ A ਐਂਡ B ਕੀ ਹੈ, ਤੁਹਾਡੇ ਆਪਰੈਂਟਸ ਹੈਗੇ ਆ। ਸੋ ਹਾਂਜੀ, ਇਹ ਆਪਰੈਂਟਸ ਕਿਹੜੀ ਜਗ੍ਹਾ ਤੇ ਪਏ ਹੈਗੇ ਆ, ਉਹ ਐਡਰੈਸ ਫੀਲਡ ਦੱਸੂਗਾ। ਦੈਨ ਮੋਡ ਦਾ ਮਤਲਬ ਕੀ ਹੈ ਵੀ ਅਲਟੀਮੇਟਲੀ ਕੀ ਤੁਸੀਂ ਜਿਹੜੇ ਆਪਰੈਂਟਸ ਪਏ ਹੈਗੇ ਆ ਉਹਨਾਂ ਨੂੰ ਲੋਕੇਟ ਕਿਵੇਂ ਕਰਨਾ, ਵੀ ਕਿਹੜੀ ਜਗ੍ਹਾ ਤੇ ਪਏ ਆ ਜਿੱਥੋਂ ਇਹ ਤੁਸੀਂ ਉਠਾਉਣੇ ਹੈਗੇ ਆ, ਠੀਕ ਹੈ, ਜਿੱਥੋਂ CPU ਨੇ ਉਠਾਉਣੇ ਆ। ਸੋ ਤਿੰਨ ਮੇਨ ਫੀਲਡ ਜਿਹੜੇ ਹੈਗੇ ਆ ਉਹ ਇਸ ਦੇ ਨਾਲ ਰਿਲੇਟਡ ਹੈ। ਸੋ ਜਿਹੜਾ ਸਟਰਕਚਰ, ਜੇ ਆਪਾਂ ਇਹਨੂੰ ਫਾਰਮੈਟ, ਇਹਨੂੰ ਰੈਕਟੈਂਗੂਲਰ ਫਾਰਮੈਟ ਜਾਂ ਤੁਹਾਨੂੰ ਬਣਾਵਾ ਤਾਂ ਇਹਦਾ ਕੀ ਬਣੇਗਾ, ਇਸ ਤਰ੍ਹਾਂ ਫਾਰਮੈਟ ਬਣੇਗਾ। ਸੋ one is mode, second is, ਹਾਂਜੀ ਹਾਂਜੀ। ਸੋ ਤਿੰਨ ਜਿਹੜੇ ਇੰਸਟਰਕਸ਼ਨ ਫਾਰਮੈਟ ਹੈਗਾ ਉਹਦੇ ਚ ਕੀ ਇੱਕ ਮੋਡ ਹੈ, ਆਲਰੇਡੀ ਮੈਂ ਤੁਹਾਨੂੰ ਦੱਸ ਚੁੱਕਿਆ ਮੋਡ। ਐਂਡ ਸੈਕੰਡ ਇਜ਼ ਆਪਕੋਡ, ਦਿਸ ਇਜ਼ ਨੋਨ ਐਜ਼ ਆਪਕੋਡ। ਐਂਡ ਥਰਡ ਇਜ਼ operand address। ਇਹ ਕੀ ਹੈ, operand ਜਾਂ address of operand ਜਾਂ address of operand। ਮੀਨਸ ਕੀ ਹੈ, ਕਿਹੜੀ ਜਗ੍ਹਾ ਤੇ operand ਪਏ ਹੈਗੇ ਆ ਜਿਹਦੇ ਤੇ ਕੋਈ ਵੀ ਟਾਸਕ ਪਰਫਾਰਮ ਕਰਨਾ ਹੈਗਾ, ਠੀਕ ਹੈ। ਸੋ ਇਹ ਕੀ ਹੈ, ਇਹਨੂੰ ਬੇਸਿਕਲੀ ਕੀ ਕਹਿੰਦੇ ਆ, ਇੰਸਟਰਕਸ਼ਨ ਫਾਰਮੈਟ। ਸੋ ਕੀ ਹੈ, ਇਹ 0 ਐਂਡ 1 ਦੀ ਫਾਰਮ ਚ ਹੁੰਦਾ ਹੈਗਾ, ਤੇ ਕੰਪਿਊਟਰ ਨੂੰ CPU ਨੂੰ ਇਹ ਜਿਹੜੀ ਕੋਡਿੰਗ ਹੁੰਦੀ ਹੈਗੀ ਹੈ, ਜਿਹੜੀ 0 ਐਂਡ 1 ਦੀ ਕੋਡਿੰਗ ਹੈ, ਉਹ ਤੁਹਾਨੂੰ ਪਤਾ ਲੱਗ ਜਾਂਦਾ ਵੀ ਕਿਹੜੇ ਆਪਕੋਡ ਹੈਗੇ ਆ, ਠੀਕ ਹੈ, ਕਿਹੜਾ ਕੀ ਮੋਡ ਹੈਗੀ ਹੈ, ਕਿਸ ਤਰ੍ਹਾਂ ਉਹਨੂੰ ਫੈਚ ਕਰਨਾ ਹੈਗਾ, ਤੇ ਕਿਹੜੇ ਕਿਹੜੇ ਆਪਰੈਂਟਸ ਹੈਗੇ ਆ, ਉਹਦੇ ਅਕੋਰਡਿੰਗਲੀ CPU ਨੂੰ ਪਤਾ ਲੱਗ ਜਾਂਦਾ, ਕਿਉਂਕਿ ਇਸ ਫਾਰਮੈਟ 'ਚ ਹੀ ਉਹਦੇ ਕੋਲ ਡਾਟਾ ਜਾਂਦਾ ਹੈਗਾ, ਜਿਹਨੂੰ ਕੀ ਇੰਸਟਰਕਸ਼ਨ, ਦਿਸ ਇਜ਼ ਨੋਨ ਐਜ਼ ਅ ਸਟਰਕਚਰ ਆਫ ਦਾ ਇੰਸਟਰਕਸ਼ਨ ਫਾਰਮੈਟ।
3 ਐਡਰੈਸ ਫੀਲਡ ਹੋ ਸਕਦੇ ਹੈਗੇ ਆ। ਫਸਟ ਕੇਸ ਕੀ ਹੈਗਾ, ਸਿੰਗਲ accumulator organization। सेकंड है जनरल रजिस्टर ऑर्गेनाइजेशन। then third is stack organization। ਸੋ 3 ਵੇਜ਼ ਨਾਲ ਕੀ ਹੈ, ਜਿਹੜਾ ਡਿਫਰੈਂਟ ਐਡਰੈਸ ਫੀਲਡ ਆਪਾਂ ਦੇਖ ਸਕਦੇ ਹੈਗੇ ਆ, ਸਿੰਗਲ accumulator, ਜਨਰਲ ਰਜਿਸਟਰ ਆਰਗੇਨਾਈਜੇਸ਼ਨ ਤੇ ਸਟੈਕ। ਤੁਸੀਂ ਸਟੈਕ ਵੀ ਇੰਪਲੀਮੈਂਟ ਕਰਕੇ ਦੇਖਿਆ ਹੈਗਾ। ਤੋ ਸੋ ਜਿਹੜਾ ਫਸਟ ਹੈਗਾ ਸਿੰਗਲ accumulator ਆਰਗੇਨਾਈਜੇਸ਼ਨ, ਇਹਦੇ ਚ ਕੀ ਹੈ, देयर इज ओनली वन स्पैशल रजिस्टर ਹੁੰਦਾ ਹੈ ਜਿਹਨੂੰ ਆਪਾਂ ਕੀ ਕਹਿ ਦਿੰਦੇ ਆ, accumulator। ਮਤਲਬ ਕਿਸੇ ਇੰਸਟਰਕਸ਼ਨ ਦੇ ਵਿੱਚ ਕੀ ਹੈ, ਇਹ ਵਾਲੀ ਆਰਗੇਨਾਈਜੇਸ਼ਨ ਫਾਲੋ ਕਰ ਸਕਦੇ ਆ, ਹੋ ਸਕਦਾ ਕਿਸੇ ਚ ਇਹ ਫਾਲੋ ਕੀਤੀ ਹੋਵੇ, ਕਿਸੇ ਚ ਜਿਹੜੀ ਪਹਿਲੇ ਵਾਲੀ ਇੰਸਟਰਕਸ਼ਨ ਜਿਹੜੀ ਹੋਏਗੀ, ਜਿਹੜਾ ਇਹ ਫਾਰਮੈਟ ਆ ਆਰਗੇਨਾਈਜੇਸ਼ਨ, ਇਹਦੇ ਚ ਕੀ ਹੈ, ਇੱਕ ਸਪੈਸ਼ਲ ਰਜਿਸਟਰ ਹੁੰਦਾ ਹੈਗਾ, ਸਪੈਸ਼ਲ ਰਜਿਸਟਰ ਹੁੰਦਾ ਹੈਗਾ ਜਿਹਨੂੰ ਕੀ ਕਹਿੰਦੇ ਆ, accumulator। ਸਪੈਸ਼ਲ ਰਜਿਸਟਰ ਹੁੰਦਾ ਹੈਗਾ, ਸੋ ਇਹਦਾ ਨਾਮ ਹੀ ਤਾਂ ਕਰਕੇ ਰੱਖਿਆ ਸਿੰਗਲ accumulator ਆਰਗੇਨਾਈਜੇਸ਼ਨ, ਕਿ ਸਪੈਸ਼ਲ ਰਜਿਸਟਰ ਹੁੰਦਾ ਜਿਹਨੂੰ ਆਪਾਂ accumulator ਕਹਿੰਦੇ ਆ, ਜਾਂ ਇਹਨੂੰ ਸ਼ਾਰਟ ਚ AC ਵੀ ਕਹਿ ਦਿੰਦੇ ਆ, ਸ਼ਾਰਟ। ਜਨਰਲ ਰਜਿਸਟਰ ਜਿਹੜਾ ਹੈਗਾ, ਇਹ ਜਿਹੜੀ ਆਰਗੇਨਾਈਜੇਸ਼ਨ ਹੈ, ਇਹਦੇ ਚ ਕੀ ਆ, ਇਹਦੇ ਚ ਮਲਟੀਪਲ ਰਜਿਸਟਰ ਹੋ ਸਕਦੇ ਆ, ਜਿਸ ਤਰ੍ਹਾਂ ਕੀ ਆ R1 R2 R3, ਇਹਦੇ ਚ ਮਲਟੀਪਲ ਰਜਿਸਟਰਸ ਹੁੰਦੇ ਹੈਗੇ ਆ। ਸੋ ਇਹਦੇ ਚ ਕੀ ਆ, ਅਲੱਗ-ਅਲੱਗ ਰਜਿਸਟਰਸ ਦੇ ਐਡਰੈਸਸ ਵਗੈਰਾ ਹੁੰਦੇ ਹੈਗੇ ਆ। ਇਹਦੇ ਚ accumulator ਦਾ ਵੀ ਐਡਰੈਸ ਹੁੰਦਾ ਹੈਗਾ। ਦੈਨ ਥਰਡ ਇਜ਼ ਸਟੈਕ ਆਰਗੇਨਾਈਜੇਸ਼ਨ। ਜਿਹੜੀ ਸਟੈਕ ਆਰਗੇਨਾਈਜੇਸ਼ਨ ਹੈਗੀ ਆ, ਉਹ ਬੇਸਿਕਲੀ ਕੀ ਹੈ, ਸਟੈਕ ਬੇਸਡ ਹੈਗੀ ਆ। ਸਟੈਕ ਬੇਸਡ ਕੀ ਹੈ, ਜੇ ਇਸ ਤਰ੍ਹਾਂ ਦੀ ਆਰਗੇਨਾਈਜੇਸ਼ਨ ਕਈ ਵਾਰ ਆਪਾਂ ਐਡਰੈਸਸ ਦੀ ਜ਼ਰੂਰਤ ਨਹੀਂ ਪੈਂਦੀ, ਉਹਦੇ ਚ ਕੀ ਆ, ਉਹਦੇ ਤੁਸੀਂ ਪੁਸ਼ ਪੌਪ ਆਪਰੇਸ਼ਨ ਨਾਲ ਕਰ ਸਕਦੇ ਆ। ਫਾਰ ਐਗਜ਼ਾਮਪਲ A+B ਕਰਨਾ ਹੈਗਾ, ਪਹਿਲਾਂ A ਨੂੰ ਪੁਸ਼ ਕੀਤਾ, ਫਿਰ B ਨੂੰ ਪੁਸ਼ ਕੀਤਾ, ਫਿਰ ਐਡੀਸ਼ਨ ਕਰਤਾ, ਦੈਨ ਕੀ ਹੈ, A+B ਹੋ ਗਿਆ। तो ਇਹਦੇ ਚ ਕੀ ਹੈ, ਇਹ ਸਟੈਕ ਬੇਸਡ ਹੁੰਦਾ ਹੈਗਾ, ਇਟ ਇਜ਼ ਸਟੈਕ ਬੇਸਡ ਆਰਗੇਨਾਈਜੇਸ਼ਨ। ਠੀਕ ਹੈ, ਸੋ ਇਹ ਜਿਹੜਾ ਤਿੰਨੇ ਫਾਰਮੈਟਸ ਹੈਗੇ ਆ, ਤਿੰਨੇ ਆਰਗੇਨਾਈਜੇਸ਼ਨ ਹੈਗੀ ਆ, ਇਹ ਕਿਤੇ ਵੀ ਕਿਤੇ ਇਹ ਫੋਲੋ ਹੋਊਗੀ, ਕਿਤੇ ਇਹ ਫੋਲੋ ਹੋਊਗੀ, ਕਿਤੇ ਇਹ ਫੋਲੋ ਹੋਊਗੀ। ਮਤਲਬ ਅਲੱਗ-ਅਲੱਗ CPU ਨੂੰ ਕਦੇ ਐਸ ਸਟੈਕ ਦੇ ਥਰੂ ਤੌਰ ਤੇ ਵੀ ਕੰਮ ਕਰ ਸਕਦਾ ਹੈਗਾ, ਕਦੇ ਮਲਟੀਪਲ ਰਜਿਸਟਰ ਯੂਜ਼ ਹੋਣਗੇ, ਕਿਤੇ ਇਕੱਲਾ accumulator ਯੂਜ਼ ਹੋਊਗਾ। ਇਹ ਜਸਟ ਕੀ ਹੈ, ਤੁਹਾਡੇ ਨੌਲੇਜ ਸੇਕ ਹੈ। ਦੈਨ ਹੁਣ ਔਨ ਦਾ ਬੇਸਿਸ ਆਫ ਨੰਬਰ ਆਫ ਐਡਰੈਸਿਸ, ਆਪਾਂ ਇੰਸਟਰਕਸ਼ਨ ਨੂੰ ਆਪਾਂ ਕਲਾਸੀਫਾਈ ਕਰ ਸਕਦੇ ਹੈਗੇ ਆ ਵੀ ਕਿੰਨੇ ਟਾਈਪ ਦੀਆਂ ਇੰਸਟਰਕਸ਼ਨ ਹੁੰਦੀਆਂ ਹੈਗੀਆਂ। ਸੋ ਕੀ ਹੈ, ਔਨ ਦਾ ਬੇਸਿਸ ਆਫ ਨੰਬਰ ਆਫ ਐਡਰੈਸਿਸ ਇੰਸਟਰਕਸ਼ਨਸ ਆਰ ਕਲਾਸੀਫਾਈਡ ਐਜ਼। ਕਿਹੜੀ ਕਿਹੜੀ ਕਲਾਸੀਫਿਕੇਸ਼ਨ ਹੈਗੀ ਉਹਦੀ, ਉਹ ਮੈਂ ਤੁਹਾਨੂੰ ਦੱਸ ਰਿਹਾ ਜਿਹੜੀਆਂ ਹੈਗੀਆਂ। ਇਹਦੇ ਚ ਹੁੰਦਾ 0 ਐਡਰੈਸ ਇੰਸਟਰਕਸ਼ਨਸ, 1 ਐਡਰੈਸ, 2 ਐਡਰੈਸ, 3 ਐਡਰੈਸ। ਸੋ 4 ਤਰ੍ਹਾਂ ਦੀਆਂ ਇੰਸਟਰਕਸ਼ਨਸ ਹੁੰਦੀਆਂ ਹੈਗੀਆਂ। So there are 4 types of instructions based on the number of addresses. ਕਿਹੜੀਆਂ ਕਿਹੜੀਆਂ ਹੈਗੀਆਂ? 0 address instructions, 1 address instructions, 2 address ਤੇ 3 address। ਮਤਲਬ ਇਹ ਚ ਕੀ ਹੈ, ਕੋਈ ਐਡਰੈਸ ਡਾਇਰੈਕਟ ਐਡਰੈਸ ਨਹੀਂ ਦਿੱਤਾ ਹੋਏਗਾ, ਇਹਦੇ ਚ ਇੱਕ ਐਡਰੈਸ ਹੋਏਗਾ, ਇਹਦੇ 2 addresses H3 address। ਠੀਕ ਹੈ, ਹੁਣ ਆਪਾਂ 1 by 1 ਕੀ ਹੈ ਇਹ ਇੰਸਟਰਕਸ਼ਨਸ ਕਰਾਂਗੇ। 0 address instruction ਕੀ ਹੁੰਦੀ ਹੈਗੀ ਆ, ਤੇ ਬਾਕੀ ਕਿਸ ਤਰ੍ਹਾਂ ਦੀ ਇੰਸਟਰਕਸ਼ਨਸ ਹੈਗੀਆਂ।
ਜਿਹੜੇ ਜ਼ੀਰੋ ਐਡਰੈਸ ਇੰਸਟਰਕਸ਼ਨ ਹੈ ਇਹਦੇ ਚ ਕੀ ਹੈ, ਜਿਹੜੀ ਫਸਟ ਜ਼ੀਰੋ ਐਡਰੈਸ ਇੰਸਟਰਕਸ਼ਨ ਹੈ ਇਹਦੇ ਚ ਕੀ ਹੈ, ਸਟੈਕ ਦੀ ਇੰਪਲੀਮੈਂਟੇਸ਼ਨ ਹੁੰਦੀ ਹੈਗੀ ਆ। ਸੋ ਇਹਦੇ ਚ ਕੀ ਆਪਾਂ ਨਾਰਮਲੀ ਕੀ ਹੈ, ਇੱਕ ਹਰ ਸਾਰੀਆਂ ਜਿੰਨੀਆਂ ਵੀ ਇੰਸਟਰਕਸ਼ਨਸ ਹੈਗੀਆਂ 0 1 2 ਐਡਰੈਸ 3 ਐਡਰੈਸ ਸਾਰਿਆਂ 'ਚ ਆਪਾਂ ਇੱਕ ਇੱਕ ਐਗਜ਼ਾਮਪਲ ਲਵਾਂਗੇ, ਸੇਮ ਐਗਜ਼ਾਮਪਲ ਲੈ ਰਹੇ ਹੈਗੇ ਆ। ਤੋ ਇੱਕ ਐਗਜ਼ਾਮਪਲ ਲੈ ਰਿਹਾ ਮੈਂ ਇਹਦੇ ਚ x ਇਜ਼ਕਲ ਟੂ a plus b into c plus d। ਸੋ ਜੇ ਇਹਦੀ ਇੰਪਲੀਮੈਂਟੇਸ਼ਨ ਕਰਨੀ ਹੈਗੀ ਆ ਤਾਂ ਜ਼ੀਰੋ ਐਡਰੈਸ ਜਿਹੜੀ ਇੰਸਟਰਕਸ਼ਨ ਹੈਗੀ ਆ ਇਹਦੀ ਬੇਸਿਕਲੀ ਕੀ ਹੈ, ਸਟੈਕ ਇੰਪਲੀਮੈਂਟੇਸ਼ਨ ਹੁੰਦੀ ਹੈਗੀ ਆ। ਕੀ ਹੁੰਦੀ ਹੈ, ਸਟੈਕ ਇੰਪਲੀਮੈਂਟੇਸ਼ਨ। ਜਦੋਂ ਵੀ ਆਪਾਂ ਸਟੈਕ 'ਚ ਇੰਪਲੀਮੈਂਟੇਸ਼ਨ ਕਰਨੀ ਹੈਗੀ ਆ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਕਰਨਾ ਪੈਂਦਾ, ਜਿਹੜੀ ਇੰਸਟਰਕਸ਼ਨ ਹੈਗੀ ਆ ਉਹਨੂੰ ਕੀ ਕਰਨਾ ਪੈਂਦਾ ਹੈਗਾ, ਪੋਸਟ ਫਿਕਸ ਕਿਹੜੇ ਚ ਕਨਵਰਟ ਕਰਨਾ ਪੈਂਦਾ, ਪਹਿਲਾਂ ਰਿਵਰਸ ਪੋਲਿਸ਼ ਨੋਟੇਸ਼ਨ ਚ। ਕਾਹਦੇ ਚ, ਰਿਵਰਸ ਪੋਲਿਸ਼ ਨੋਟੇਸ਼ਨ, ਇਹਦੇ ਚ ਕਨਵਰਟ ਕਰਨਾ ਪਏਗਾ। ਰਿਵਰਸ ਪੋਲਿਸ਼ ਨੋਟੇਸ਼ਨ ਉਹਦੇ ਚ ਕੀ ਹੈ, ਰਿਵਰਸ ਪੋਲਿਸ਼ ਨੋਟੇਸ਼ਨ ਜਾਂ ਪੋਸਟ ਫਿਕਸ ਵੀ ਕਹਿੰਦੇ ਹੈਗੇ ਆ, ਜਾਂ ਇਹਨੂੰ ਕੀ ਕਹਿੰਦੇ ਆ ਪੋਸਟ ਫਿਕਸ, ਜਿਹੜਾ ਆਪਾਂ ਕੱਲ ਕੀਤਾ ਸੀ ਪੋਸਟ ਫਿਕਸ। ਇਹਦੇ ਚ ਕੀ ਹੈ, ਆਪਰੇਟਰ ਬਾਅਦ ਚ ਹੋਏਗਾ, ਆਪਰੈਂਟ ਪਹਿਲਾਂ। ਜਿਵੇਂ a ਪਲੱਸ b ਹੈ ਤਾਂ ਇਹ ਹੋ ਜਾਏਗਾ ab ਪਲੱਸ, ਫਿਰ ਇਹ ਵਾਲਾ ਆਪਰੇਸ਼ਨ cd ਪਲੱਸ, ਫਿਰ ਇਹਨਾਂ ਦੇ ਵਿਚਾਲੇ ਵਾਲਾ ਆਪਰੇਸ਼ਨ ਮਲਟੀਪਲਾਈ। ਸੋ ਇਹ ਜਿਹੜੀ ਇਹ ਕੀ ਬਣ ਗਈ ਹੈ, ਰਿਵਰਸ ਪੋਲਿਸ਼ ਨੋਟੇਸ਼ਨ। ਜਿਹੜਾ ਇਹ ਵਾਲਾ ਹੈਗਾ a ਪਲੱਸ b ਇੰਟੂ c ਪਲੱਸ d, a ਪਲੱਸ b ਤੋਂ ਬਾਅਦ ਆਪਰੇਟਰ ਆ ਗਿਆ, ਫਿਰ c t d ਤੋਂ ਬਾਅਦ ਆਪਰੇਟਰ ਆ ਗਿਆ, ਫਿਰ ਇਹਨਾਂ ਦੇ ਵਿੱਚ ਜਿਹੜਾ ਆਪਰੇਟਰ ਹੈਗਾ ਉਹ ਐਂਡ ਚ ਆ ਗਿਆ। ਇਹ ਕਿਹੜੀ ਬਣ ਗਈ ਹੈ, ਰਿਵਰਸ ਪੋਲਿਸ਼ ਨੋਟੇਸ਼ਨ। ਸੋ ਇਹਦੇ ਅਕੋਰਡਿੰਗਲੀ ਕੀ ਹੈ ਆਪਾਂ, ਸੋ ਜਦੋਂ ਇਹਦੀ ਇੰਪਲੀਮੈਂਟੇਸ਼ਨ ਹੋਣੀ ਹੈਗੀ ਆ, ਇੱਕ ਟੌਪ ਵਰਡ ਯੂਜ਼ ਕਰ ਰਹੇ ਹੈਗੇ ਆ। ਟੌਪ ਕੀ ਦੱਸਦਾ ਹੈਗਾ, ਟੌਪ ਆਫ ਸਟੈਕ, ਟੌਪ ਆਫ ਸਟੈਕ। ਤੇ ਇੱਕ mx ਕੀ ਸ਼ੋ ਕਰੂਗਾ, ਕੋਈ ਮੈਮਰੀ ਲੋਕੇਸ਼ਨ, ਮੈਮਰੀ ਲੋਕੇਸ਼ਨ। ਸੋ ਜੇ ਇਹਨੂੰ ਸਟੈਪਸ ਦੇ ਵਿੱਚ ਇੰਪਲੀਮੈਂਟ ਕਰਨਾ ਹੈਗਾ ਤਾਂ ਸਟੈਪਸ ਦੇ ਵਿੱਚ ਕੀ ਹੈ, ਪ੍ਰੋਸੀਜਰ ਕੀ ਹੋਏਗਾ ਇਹਦਾ। ਸੋ ਆਈ ਵਿਲ ਰਾਈਟ ਡਾਊਨ ਦਾ ਪ੍ਰੋਸੀਜਰ। ਸਭ ਤੋਂ ਪਹਿਲਾਂ ਕੀ ਕਰਾਂਗੇ ਆਪਾਂ, ਪੁਸ਼ a, ਪੁਸ਼ a ਕਰਾਂਗੇ ਤਾਂ ਟੌਪ ਤੇ ਵੈਲਿਊ ਕਿਹਦੀ ਆ ਜਾਏਗੀ, a ਦੀ। ਮਤਲਬ ਟੌਪ ਕੀ ਬੇਸਿਕਲੀ ਕੀ ਹੈ, ਟੌਪ ਆਫ ਦਾ ਸਟੈਕ। ਜਦੋਂ ਪਹਿਲੀ ਵੈਲਿਊ ਐਡ ਕਰਤੀ, ਜਿਸ ਤਰ੍ਹਾਂ ਲਾਸਟ ਆਪਾਂ ਐਗਜ਼ਾਮਪਲ ਕੀਤੀ ਉਹ ਸੇਮ ਹੀ ਹੈ। ਦੈਨ ਪੁਸ਼ b, ਹੁਣ ਕੀ ਹੈ, ਟੌਪ ਤੇ ਕੀ ਆ ਜਾਏਗਾ, b। ਦੈਨ ਕੀ ਹੈ, ਐਡ, ਥਰਡ ਆਪਰੇਸ਼ਨ ਕੀ ਹੋਏਗਾ, ਐਡ। ਐਡ ਆਪਰੇਸ਼ਨ ਚ ਕੀ ਹੋਏਗਾ, ਇਹ ਵੈਲਿਊਜ਼ ਦੋਨੋਂ ਐਡ ਹੋ ਜਾਣੀ ਹੈਗੀਆਂ। ਟੌਪ ਇਜ਼ ਇਕੁਅਲ ਟੂ a ਪਲੱਸ b। ਦੈਨ ਅਗੇਨ ਹੁਣ ਕੀ ਹੈ, a ਤੇ b ਦੋਨੋਂ ਆ ਗਏ ਹੈਗੇ ਆ। ਹੁਣ c ਤੇ d ਨੂੰ ਐਂਟਰ ਕਰਨਾ ਹੈਗਾ। ਸੋ ਕੀ ਹੈ, ਪੁਸ਼ c, ਟੌਪ ਤੇ ਕੀ ਆ ਜਾਏਗਾ, c, ਪੁਸ਼ d ਕਰਕੇ ਟੌਪ ਦੀ ਵੈਲਿਊ ਕੀ ਆ ਗਈ, d। ਹੁਣ ਫਿਰ ਕੀ ਹੈ, c ਤੇ d ਦਾ ਕੀ ਹੋਣਾ ਹੈਗਾ, ਐਡੀਸ਼ਨ ਹੋਣੀ ਹੈਗੀ ਹੈ। ਸੋ ਰਾਈਟ ਔਨ ਐਡ, ਦੈਨ ਟੌਪ ਦੀ ਵੈਲਿਊ ਕੀ ਆ ਜਾਏਗੀ, c ਪਲੱਸ d। ਜਦੋਂ ਇਹ ਵੈਲਿਊ ਆ ਗਈ ਤੇ ਉਸ ਤੋਂ ਬਾਅਦ ਕੀ ਹੈ, ਇਹਨਾਂ ਦੀ ਮਲਟੀਪਲੀਕੇਸ਼ਨ ਹੋਣੀ ਹੈਗੀ ਹੈ। ਤਾਂ ਮਲਟੀਪਲੀਕੇਸ਼ਨ ਲਈ ਕੀ ਹੈ, ਟੌਪ ਦੀ ਵੈਲਿਊ ਕੀ ਆ ਜਾਏਗੀ, c ਪਲੱਸ d ਇੰਟੂ a ਪਲੱਸ b। ਮੀਨਸ ਕੀ ਆ, ਤੁਹਾਡੀ ਜਿਹੜੀ ਕੀ ਆ ਮਲਟੀਪਲੀਕੇਸ਼ਨ ਹੋ ਗਈ। ਜਦੋਂ ਇਹ ਸਾਰਾ ਕੰਪਲੀਟ ਹੋ ਜਾਏਗਾ ਤੇ ਇਹਦੀ ਵੈਲਿਊ ਕਾਹਦੇ ਜਾਣੀ ਹੈਗੀ ਆ, x ਦੇ ਵਿੱਚ ਜਾਣੀ ਹੈਗੀ ਆ। ਸੋ ਕੀ ਹੈ, ਸੋ ਪੌਪ x ਨੇ ਕੀ ਕਰਨਾ ਹੈਗਾ, ਜਿਹੜੀ ਵੈਲਿਊ ਹੈਗੀ ਆ ਉਹ x ਸ਼ਿਫਟ ਕਰ ਦੇਣੀ ਹੈਗੀ ਆ। ਪੌਪ x ਦਾ ਮਤਲਬ ਕੀ ਆ, ਇਹ ਸਾਰੀ ਵੈਲਿਊ ਡਿਲੀਟ ਹੋ ਕੇ ਕਿਸੇ ਮੈਮਰੀ ਚ ਚਲੀ ਜਾਣੀ ਹੈਗੀ ਆ। ਸੋ mx is equal to top। Second is one address instruction, as it's clear from the name। ਇਹਦੇ ਚ ਕੀ ਹੈ, one address use ਕਰ ਰਹੇ ਹੈਗੇ ਆ। ਇਹਦੇ ਚ ਕੀ ਹੈ, one address use ਕਰਨ ਲਈ ਇਹ ਚ ਕੀ ਹੈ, ਮੇਨਲੀ ਨਾ ਇਹਦੇ ਚ accumulator use ਕੀਤਾ ਜਾਂਦਾ ਹੈਗਾ, accumulator। ਇਹਦੇ ਆਪਾਂ ਸਪੈਸ਼ਲ ਜਿਹੜੀ one address instruction ਆ ਉਹਦੇ ਚ accumulator use ਕਰਦੇ ਆ। ਸਪੈਸ਼ਲ ਪਰਪਸ ਰਜਿਸਟਰ ਹੈਗਾ ਜਿਹਨੂੰ ਆਪਾਂ accumulator ਕਹਿ ਦਿੰਦੇ ਹੈਗੇ ਆ।
ਇਹਨੂੰ ਇੰਪਲਾਈਡ ਕਹਿੰਦੇ ਆ, ਇੰਪਲਾਈਡ ਕਮੂਲੇਟਰ। ਇੰਪਲਾਈਡ ਕਮੂਲੇਟਰ ਦਾ ਮਤਲਬ ਕੀ ਹੈ, ਇਹ ਸਪੋਜ਼ ਕੀਤਾ ਜਾਂਦਾ ਹੈ ਵੀ ਜਿਹੜੀ ਕੀ ਹੈ CPU ਨੂੰ ਪਤਾ ਹੈਗਾ ਵੀ ਇੱਕ ਆਪਰੈਂਡ ਕਾਹਦੇ ਚ ਹੈਗਾ, ਹਮੇਸ਼ਾ ਕਮੂਲੇਟਰ ਚ ਰਹੂਗਾ। ਇੱਕ ਇਹ ਸਪੋਜ਼ ਕਰਕੇ ਚੱਲੂਗਾ ਵੀ ਇੱਕ ਵੈਲਿਊ ਜਿਹੜੀ ਹੈਗੀ ਆ ਉਹ ਇੱਕ ਹਮੇਸ਼ਾ ਕਮੂਲੇਟਰ ਦੇ ਵਿੱਚ ਰਹੇਗੀ। ਉਹ ਤੁਹਾਨੂੰ ਮੈਂ ਐਗਜ਼ਾਮਪਲ ਨਾਲ ਉਸੇ ਤਰ੍ਹਾਂ ਹੀ ਕਰਾਵਾਂਗਾ। ਸੋ ਇਹਦੀ ਐਗਜ਼ਾਮਪਲ ਕੀ ਹੈ, ਉਹ ਸੇਮ ਐਗਜ਼ਾਮਪਲ ਲੈ ਰਹੇ ਹਾਂ, x ਇਜ਼ ਇਕੁਅਲ ਟੂ a plus b into c plus d। ਠੀਕ ਹੈ, a plus b into c plus d। ਸੋ ਇਹ 'ਚ ਜਿਹੜੀ ਚੀਜ਼ਾਂ ਯੂਜ਼ ਕਰਨੀਆਂ ਆਪਾਂ, AC ਕਰਾਂਗੇ ਕਮੂਲੇਟਰ, ਦੈਨ M ਜਿਹੜਾ ਹੈਗਾ ਇਹ ਮੈਮਰੀ ਲੋਕੇਸ਼ਨ ਹੈ, ਦੈਨ M ਟੈਂਪਰੇਰੀ, ਇੱਕ ਟੈਂਪਰੇਰੀ ਲੋਕੇਸ਼ਨ ਵੀ ਹੈ, ਇਹ ਕੀ ਹੈ ਟੈਂਪਰੇਰੀ ਲੋਕੇਸ਼ਨ, ਮੈਮਰੀ ਲੋਕੇਸ਼ਨ। ਹੁਣ ਪ੍ਰੋਸੀਜਰ ਕੀ ਹੈ, ਪ੍ਰੋਸੀਜਰ ਕੀ ਫਾਲੋ ਕਰਦੇ ਹੈਗੇ, ਸਭ ਤੋਂ ਪਹਿਲਾਂ ਕੀ ਹੈ ਲੋਡ ਏ। ਲੋਡ ਏ ਚ ਕੀ ਹੈ, ਕਮੂਲੇਟਰ ਚ ਕਿਹੜੀ ਵੈਲਿਊ ਚਲੀ ਜਾਂਦੀ ਹੈਗੀ ਆ, ਜਿਹੜੀ A ਦੀ ਵੈਲਿਊ ਹੈ। ਸਭ ਤੋਂ ਪਹਿਲਾਂ A ਜਿਹੜਾ ਹੈਗਾ ਉਹ ਕਾਹਦੇ ਚ ਆ ਗਿਆ, ਕਮੂਲੇਟਰ ਚ। ਦੈਨ ਐਡ B, ਐਡ B ਚ ਕੀ ਕਰਨਾ ਹੈਗਾ, ਜਿਹੜੀ ਇਹ ਵੈਲਿਊ ਹੈਗੀ ਆ ਕਮੂਲੇਟਰ ਚ ਜਿਹੜੀ ਵੈਲਿਊ ਸੀਗੀ A ਦੀ, ਉਹਦੇ ਚ ਕੀ ਐਡ ਹੋ ਗਿਆ B ਐਡ ਹੋ ਗਿਆ। ਮੈਂ ਜਿਹੜੀ ਮੈਮਰੀ ਲੋਕੇਸ਼ਨ ਦੀ B ਪਿਆ ਸੀ ਉਹ ਕਾਹਦੇ ਚ ਆ ਗਿਆ, ਕਮੂਲੇਟਰ ਚ। ਕਮੂਲੇਟਰ ਚ ਪਹਿਲਾਂ ਕੀ ਸੀਗਾ, ਮਤਲਬ ਆਪਣੇ ਕਮੂਲੇਟਰ ਚ ਪਹਿਲਾਂ ਸੀਗਾ A, ਆ ਦੂਜੀ ਇੰਸਟਰਕਸ਼ਨ ਨਾਲ ਕੀ ਹੋ ਗਿਆ, AC ਦੀ ਵੈਲਿਊ ਕੀ ਹੋ ਗਈ A plus B। ਨਾਲ ਮੈਂ ਸਟੈਪ ਦੱਸ ਰਿਹਾ ਹਾਂ, AC ਦੀ ਵੈਲਿਊ ਹੋ ਗਈ ਕਮੂਲੇਟਰ ਦੀ ਵੈਲਿਊ ਹੋ ਗਈ A plus B, ਰਾਈਟ। ਹੁਣ ਥਰਡ ਕੀ ਹੈ, ਸਟੋਰ T ਮਤਲਬ ਕੀ ਹੈ, ਇੱਕ ਜਿਹੜਾ ਟੈਂਪਰੇਰੀ ਆ, ਇਹ ਜਿਹੜੀ ਵੈਲਿਊ ਹੁਣ ਆਪਾਂ ਨੂੰ ਚਾਹੀਦੀ ਤਾਂ ਹੈ ਨਹੀਂ ਗੀ ਫਿਲਹਾਲ, ਕਿਉਂਕਿ ਆਪਾਂ C ਤੇ D ਵੀ ਕੱਢਣਾ ਹੈਗਾ, ਉਸ ਕਰਕੇ ਇਹਦੀ ਟੈਂਪਰੇਰੀ ਵੈਲਿਊ ਕਾਹਦੇ ਚਲੀ ਜਾਂਦੀ ਹੈਗੀ ਆ, ਮੈਮਰੀ, ਜਿਹੜਾ ਟੈਂਪਰੇਰੀ ਲੋਕੇਸ਼ਨ ਆ ਉਹਦੇ ਚ ਕਮੂਲੇਟਰ। ਮਤਲਬ ਕਮੂਲੇਟਰ ਦੇ ਕੰਟੈਂਟ ਜਿਹੜੇ ਸਾਰੇ ਸੀਗੇ ਇੱਕ ਤਰ੍ਹਾਂ ਦਾ ਆਪਣਾ ਟੈਂਪਰੇਰੀ ਚ ਕੀ ਆ ਗਿਆ A plus B। ਹੁਣ ਕਮੂਲੇਟਰ ਚ ਕੁਝ ਨਹੀਂ ਹੈ, ਕਮੂਲੇਟਰ ਚ ਕੀ ਆਪਾਂ ਖਾਲੀ ਕਰਤਾ ਹੈਗਾ, ਕਮੂਲੇਟਰ ਦੀ ਵੈਲਿਊ ਟੈਂਪਰੇਰੀ ਚਲੀ ਗਈ ਆਪਣੀ। ਨੈਕਸਟ ਕੀ ਹੈ, ਲੋਡ C। ਹੁਣ C ਨੂੰ ਲੋਡ ਕਰਨਾ ਹੈਗਾ, ਉਦਾਂ ਹੀ AC is equal to MC। ਹੁਣ ਜਿਵੇਂ ਆਹ ਪ੍ਰੋਸੈਸ ਉੱਪਰ ਕੀਤਾ ਸੀਗਾ ਉਹੀ ਪ੍ਰੋਸੈਸ ਉਦਾਂ ਹੀ ਹੋਏਗਾ, ਐਡ D। ਹੁਣ ਇੱਥੇ ਕੀ ਹੈ, ਹੁਣ ਕਮੂਲੇਟਰ ਚ ਕੀ ਆ ਗਿਆ ਹੈਗਾ ਤੁਹਾਡਾ C ਆ ਗਿਆ, ਤੇ ਫਿਰ ਇਸ ਤੋਂ ਬਾਅਦ ਕੀ ਹੈ ਐਡ D ਦੇ ਨਾਲ ਕੀ ਹੋਣਾ, ਕਮੂਲੇਟਰ ਚ ਕੀ ਹੋ ਗਿਆ AC plus MD D। ਇਹਦਾ ਮਤਲਬ AC ਦੀ ਵੈਲਿਊ ਕਿੰਨੀ ਹੋ ਗਈ C plus D। ਹੁਣ ਜਿਹੜਾ ਪਹਿਲਾਂ ਆਹ ਸਟੈਪ ਜੋ ਹੋਇਆ ਸੀ ਆਪਣਾ, ਹੁਣ ਦੂਜਾ ਸਟੈਪ ਹੋ ਗਿਆ ਕਮੂਲੇਟਰ ਚ, ਇੱਥੋਂ ਤਾਂ ਆਪਾਂ ਟੈਂਪਰੇਰੀ ਮੈਮਰੀ ਚ ਆ ਗਏ ਸੀ, ਹੁਣ ਕਮੂਲੇਟਰ ਦੀ ਵੈਲਿਊ ਕੀ ਹੋ ਗਈ C plus D। ਜੋ C plus D ਹੋ ਗਈ, ਹੁਣ ਕੀ ਹੈ ਨਾ, ਹੁਣ ਇਸ ਤੋਂ ਬਾਅਦ ਕੀ ਆ, ਇੱਕ ਆ ਵੈਲਿਊ ਪਈ ਹੈ, ਇੱਕ ਕਮੂਲੇਟਰ ਚ ਪਈ ਹੈਗੀ ਆ, ਤੇ ਦੂਜੀ ਵੈਲਿਊ ਕਿੱਥੇ ਪਈ ਹੈਗੀ ਆ ਟੈਂਪਰੇਰੀ ਮੈਮਰੀ ਚ। ਆ ਦੋ ਵੈਲਿਊਜ਼ ਹੋ ਗਈਆਂ। ਸੋ ਹੁਣ ਕੀ ਕਰਨਾ, ਆਪਾਂ ਮਲਟੀਪਲਾਈ ਕਰਨਾ ਹੈਗਾ, MUL ਕਮਾਂਡ ਹੈਗੀ ਆ ਮਲਟੀਪਲਾਈ T। ਮਲਟੀਪਲਾਈ T ਦਾ ਮਤਲਬ ਕੀ ਆ, ਇਹ ਜਿਹੜੀ ਕਮੂਲੇਟਰ ਦੀ ਵੈਲਿਊ ਨੂੰ T ਨਾਲ ਮਲਟੀਪਲਾਈ ਕਰ ਦੋ। ਸੋ ਕਮੂਲੇਟਰ ਚ ਕੀ ਹੋ ਗਿਆ, ਕਮੂਲੇਟਰ ਇਜ਼ ਇਕੁਅਲ ਟੂ AC into MT, ਕਿਉਂਕਿ AC ਦੇ ਵਿੱਚ C plus D ਸੀਗਾ ਤੇ ਆਪਣਾ MT ਚ ਮੈਮਰੀ ਜੀ ਟੈਂਪਰੇਰੀ ਮੈਮਰੀ ਚ A plus B ਪਿਆ ਸੀਗਾ। ਸੋ ਇਹਨਾਂ ਦੀ ਦੋਵਾਂ ਦੀ ਮਲਟੀਪਲੀਕੇਸ਼ਨ ਹੋ ਜੂ ਤੇ ਰਿਜ਼ਲਟ ਕਾਹਦੇ ਚ ਆ ਜਾਊਗਾ, ਕਮੂਲੇਟਰ ਦੇ ਵਿੱਚ। ਠੀਕ ਹੈ, ਸੋ MT ਚ ਕਿਹੜੀ ਵੈਲਿਊ ਪਈ ਸੀਗੀ, MT ਚ ਵੈਲਿਊ ਆਪਣੀ ਆਹ ਵਾਲੀ ਪਈ ਸੀਗੀ A plus B, ਤੇ ਹੁਣ ਕਮੂਲੇਟਰ C plus D ਹੈ, ਤੇ ਮਲਟੀਪਲਾਈ ਕਰਕੇ ਕੀ ਹੋ ਜਾਏਗਾ, ਇਹ ਕਮੂਲੇਟਰ ਦੇ ਵਿੱਚ ਫਿਰ ਵੈਲਿਊ ਆ ਗਈ, ਤੇ ਉਸ ਤੋਂ ਬਾਅਦ ਸਟੋਰ X ਤੋਂ MX, ਜਿਹੜਾ X ਜਿਹੜੀ ਹੈਗੀ ਆ ਉਹਦੇ ਚ ਕੀ ਆ ਕਮੂਲੇਟਰ। ਹੁਣ ਕਮੂਲੇਟਰ ਦੀ ਜਿਹੜੀ ਵੈਲਿਊ ਹੈਗੀ ਆ, ਇਹ ਕਮੂਲੇਟਰ ਚ ਕੀ ਆ ਗਿਆ ਆਪਣੇ, ਜਦੋਂ ਇਹਨੂੰ ਮਲਟੀਪਲਾਈ ਕੀਤਾ ਇਸ ਤੋਂ ਬਾਅਦ ਜਿਹੜਾ ਆਹ ਸਟੈਪ ਜਿਹੜਾ ਮਲਟੀਪਲਾਈ T ਵਾਲਾ, ਇਸ ਤੋਂ ਬਾਅਦ ਇਸ ਕਮੂਲੇਟਰ AC ਦੀ ਵੈਲਿਊ ਆ ਜਾਊਗੀ A plus B into C plus D। ਇਹ ਵੈਲਿਊ ਆ ਗਈ, ਉਸ ਤੋਂ ਸਟੋਰ X, ਤਾਂ X ਦੀ ਵੈਲਿਊ ਕੀ ਹੈ, AC ਤੋਂ ਵੈਲਿਊ ਜਿਹੜੀ ਕਾਹਦੇ ਚਲੀ ਜਾਣੀ ਹੈਗੀ ਆ, ਮੈਮਰੀ ਚਲੀ ਜਾਣੀ। ਇੱਥੇ ਫਾਈਨਲ ਕੀ ਆ, ਤੁਹਾਡੇ ਜਿਹੜੇ ਕੰਟੈਂਟ ਕਾਹਦੇ ਚ ਆ ਜਾਣੇ ਹੈਗੇ ਆ, ਤੁਹਾਡੇ ਫੈਚ ਹੋ ਜਾਣੇ ਹੈਗੇ ਆ, X ਮੈਮਰੀ ਲੋਕੇਸ਼ਨ ਜਿਹੜੀ ਹੈਗੀ ਆ ਉਹਦੇ ਚ ਸਟੋਰ ਹੋ ਜਾਣਗੀ।
This is known as one address instruction.